ਸਾਡੀ ਜਮਹੂਰੀਅਤ ਨੂੰ ਖੁਰਦ-ਬੁਰਦ ਕਰਕੇ ਡੈਮੋਕ੍ਰੈਟਿਕ ਫੰਕਸ਼ਨ ਨੂੰ ਖਤਮ ਕਰਕੇ ਸਾਡੇ ਜਿਹੜੇ ਗੁਰੂ ਘਰ ਦੇ ਉੱਤੇ ਇਹਨਾਂ ਨੇ ਆਪ ਦੇ ਬੰਦੇ ਲਾਏ ਹੋਏ ਆ। ਇੱਕ ਸਾਡੇ ਗੁਰੂ ਸਾਹਿਬ ਦੇ ਸਰੂਪ ਬਰਗਾੜੀ ਵਿਖੇ ਤੁਸੀਂ ਜਾਣਦੇ ਹੋ, ਜਦ ਚੱਕ ਕੇ ਪਾੜ ਕੇ ਗੰਦੀਆਂ ਨਾਲੀਆਂ 'ਚ ਸੁੱਟ ਕੇ ਅੰਗ ਪਾੜ ਕੇ ਉਹਨਾਂ ਨੇ ਸਾੜੇ ਸੀਗੇ, ਤਾਂ ਪੰਜਾਬ ਦੇ ਵਿੱਚ ਐਡਾ ਵੱਡਾ ਲਾਅ ਐਂਡ ਆਰਡਰ ਪ੍ਰੋਬਲਮ ਹੋਇਆ ਸੀਗਾ। ਉਹਦੇ ਵਿੱਚ ਸੁਖਬੀਰ ਬਾਦਲ ਦੀ ਸਰਕਾਰ ਨੇ ਸੁਮੇਧ ਸੈਣੀ ਵਰਗੇ ਬੁੱਚੜਾਂ ਨੂੰ ਸਾਡੇ ਫਾਇਰਿੰਗ ਕਰਾ ਕੇ ਸੰਗਤਾਂ ਦੇ ਉੱਤੇ ਅੱਜ ਵੀ ਉਹਦਾ ਕੋਈ ਇਨਸਾਫ ਨਹੀਂ ਮਿਲਿਆ ਹੈਗਾ। ਔਰ ਸਾਡੇ ਗੁਰੂ ਘਰ ਦੇ ਵਿੱਚ ਜਿਹੜਾ ਰਾਮ ਰਹੀਮ ਜਿਹੜਾ ਬਲਾਤਕਾਰੀ ਖੂਨੀ ਬਾਬਾ ਹੈਗਾ, ਉਹਦੇ ਪੱਖ 'ਚ ਉਹਨੂੰ ਮਾਫੀ ਦੇਣ 'ਚ 95 ਲੱਖ ਰੁਪਈਆ ਪੋਸਟਰਾਂ ਤੇ ਇਸ਼ਤਿਹਾਰਾਂ ਤੇ ਵਰਤਿਆ ਗਿਆ। ਆਮ ਆਦਮੀ ਪਾਰਟੀ ਆਈ ਹੈ, ਸਭ ਤੋਂ ਉੱਤੇ ਕਹਿ ਰਹੀ ਸੀ ਕਿ ਅਸੀਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ 24 ਘੰਟੇ ਦੇ ਵਿੱਚ ਬੇਅਦਬੀ ਦੇ ਦੋਸ਼ੀਆਂ ਨੂੰ ਫੜਾਂਗੇ। ਉਹਦੇ ਵਿੱਚ ਕੇਜਰੀਵਾਲ ਕਹਿੰਦਾ ਦਿੱਲੀ ਸਰਕਾਰ ਦੇ ਹੱਥ ਬੰਨੇ ਹੋਏ ਆ, ਕਿਉਂਕਿ ਪੁਲਿਸ ਮਹਿਕਮਾ ਇਹਦੇ ਉੱਤੇ ਜਿਹੜਾ ਹੈਗਾ ਉਹ ਲੈਫਟੀਨੈਂਟ ਗਵਰਨਰ ਦੇ ਹੱਥ 'ਚ ਹੈ। ਅਰਸ਼ਦੀਪ ਨੂੰ ਲੈ ਕੇ ਕ੍ਰਿਕਟਰ ਨੇ ਉਹਨਾਂ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ, ਖਾਲਿਸਤਾਨੀ ਕਈ ਚੀਜ਼ਾਂ ਕਈ ਪੋਸਟਾਂ ਪਾਈਆਂ ਜਾ ਰਹੀਆਂ ਖਾਲਿਸਤਾਨ ਦੇ ਨਾਲ ਜੋੜ ਕੇ, ਉਹਨਾਂ ਦੇ ਨਾਂ ਦੇ ਨਾਲ ਖਾਲਿਸਤਾਨੀ ਲਿਖਿਆ ਜਾ ਰਿਹਾ, ਉਹਨੂੰ ਕਿਸ ਤਰ੍ਹਾਂ ਦੇ? ਖਾਲਿਸਤਾਨੀ ਕਹਿਣਾ ਤਾਂ ਬੜੇ ਮਾਣ ਦੀ ਗੱਲ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਸਥਾਪਿਤ ਕੀਤਾ। ਅੱਜ ਵੀ ਜਿਹੜਾ ਭਾਰਤ ਦੀ ਫੌਜ ਦਾ ਮੁੱਖ ਹਿੱਸਾ ਹੈ ਉਹ ਖਾਲਸਾ ਆਰਮੀ ਹੈਗੀ ਹੈ। ਸੋ ਮੈਂ ਸਮਝਦਾ ਕਿਸੇ ਨੂੰ ਖਾਲਸਾ ਜਾਂ ਖਾਲਿਸਤਾਨੀ ਕਹਿਣਾ ਇੱਕ ਮਾਣ ਤੇ ਫਖਰ ਦਾ ਗੱਲ ਹੈ। ਨੀਚ ਕਰਦੀ ਹੈਗੀ ਹੈ ਇਹੋ ਜੀ ਸੋਚ ਤਾਂ ਮੈਨੂੰ ਜੇ ਕੋਈ ਅੱਜ ਕਹਿ ਦੇ ਕਿ ਤੂੰ ਹਿੰਦੁਸਤਾਨੀ ਮਨੂਵਾਦੀ ਸੋਚਦਾ ਹੈ, ਮੈਨੂੰ ਉਸ ਤੇ ਸ਼ਰਮ ਆਊਗੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਕਰੋਲ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਜੈ ਵਰਮਾ। 11 ਸਾਲ ਤੋਂ ਐਸਜੀਪੀਸੀ ਦੀਆਂ ਚੋਣਾਂ ਨਹੀਂ ਹੋਈਆਂ, ਜਿਸ ਕਰਕੇ ਚੰਡੀਗੜ੍ਹ ਦੇ ਵਿੱਚ ਇਕੱਠ ਕੀਤਾ ਜਾਂਦਾ ਹੈ। ਇਮਾਨ ਸਿੰਘ ਮਾਨ ਇੱਧਰ ਪਹੁੰਚਦੇ ਨੇ ਤੇ ਸਾਫ਼ ਤੌਰ ਤੇ ਕਹਿੰਦੇ ਨੇ ਕਿ 15 ਸਤੰਬਰ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਇਕੱਠ ਕਰਾਂਗੇ। ਇਕੱਠ ਦੇ ਵਿੱਚ ਕੀ ਕੁਝ ਗੱਲਾਂ ਬਾਤਾਂ ਹੋਣਗੀਆਂ, ਕਿੰਨਾ ਇਕੱਠ ਹੋਵੇਗਾ, ਇਮਾਨ ਸਿੰਘ ਮਾਨ ਸਾਡੇ ਨਾਲ ਨੇ, ਗੱਲਬਾਤ ਕਰ ਲੈਂਦੇ। ਮਾਨ ਸਾਹਿਬ, 15 ਤਰੀਕ ਦੀ ਕਾਲ ਦੇ ਦਿੱਤੀ ਤੁਸੀਂ, ਇਕੱਠ ਕਰੋਗੇ ਹਰਿਮੰਦਰ ਸਾਹਿਬ ਦੇ ਵਿੱਚ, ਕਿਸ ਤਰ੍ਹਾਂ ਦਾ ਇਕੱਠ ਹੋਵੇਗਾ, ਕਿੰਨੇ ਕੁ ਲੋਕ ਆਣਗੇ, ਕਿਹੜੇ ਮੁੱਦੇ ਵਿਚਾਰੇ ਜਾਣਗੇ? ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ। 15 ਤਰੀਕ ਯੂਨਾਈਟਿਡ ਨੇਸ਼ਨ ਨੇ ਇੰਟਰਨੈਸ਼ਨਲ ਡੇ ਆਫ ਡੈਮੋਕ੍ਰੇਸੀ ਮੰਨੀ ਹੈ। ਇਸ ਧਰਤੀ ਦੇ ਉੱਤੇ ਸਭ ਤੋਂ ਪਹਿਲਾਂ ਸਿੱਖ ਗੁਰਦੁਆਰਾ ਐਕਟ ਅਧੀਨ ਡੈਮੋਕ੍ਰੈਟਿਕ ਫੰਕਸ਼ਨਿੰਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਸੀ, ਜੋ ਕਿ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਦਾ ਖਿਤਾਬ ਮੋਹਨਦਾਸ ਕਰਮਚੰਦ ਗਾਂਧੀ ਨੇ ਦਿੱਤਾ ਸੀਗਾ। ਔਰ ਇਹ ਜਿਹੜੀ ਸੰਸਥਾ ਬਣੀ ਹੈ, ਇਹਦੀ ਤੁਸੀਂ ਦੇਖੋ 1947 ਤੋਂ ਬਾਅਦ ਭਾਰਤ ਸਰਕਾਰ ਜਦ ਇਹਦੀਆਂ ਚੋਣਾਂ ਕਰਾਉਣ ਤੇ ਆਈ ਹੈ, ਉਸ 1952 ਤੋਂ ਲੈ ਕੇ ਅੱਜ ਤੱਕ ਤੁਸੀਂ ਦੇਖ ਸਕਦੇ ਹੋ 17 ਵਾਰੀ ਸਾਡਾ ਲੋਕ ਸਭਾ ਦਾ ਚੋਣ ਹੋਇਆ ਹੈ। ਪਰ ਸਾਡੇ ਗੁਰੂ ਘਰ ਦੀਆਂ ਜਿਹੜੀਆਂ ਉਹੀ ਟਰਮ ਹੈ 5 ਸਾਲ ਦੀ ਉਹਨਾਂ ਦੀ ਟਰਮ ਹੈ, ਇਹ ਸਿਰਫ 8 ਵਾਰੀ ਹੋਈ ਹੈ। ਸਾਡੀ ਜਮਹੂਰੀਅਤ ਨੂੰ ਖੁਰਦ-ਬੁਰਦ ਕਰਕੇ ਡੈਮੋਕ੍ਰੈਟਿਕ ਫੰਕਸ਼ਨ ਨੂੰ ਖਤਮ ਕਰਕੇ ਸਾਡੇ ਜਿਹੜੇ ਗੁਰੂ ਘਰ ਦੇ ਉੱਤੇ ਇਹਨਾਂ ਨੇ ਆਪ ਦੇ ਬੰਦੇ ਲਾਏ ਹੋਏ ਆ, ਜਿਨ੍ਹਾਂ ਤਹਿਤ ਅੱਜ 328 ਸਰੂਪ ਗੁਰੂ ਸਾਹਿਬ ਦੇ ਉਹਨਾਂ ਦੇ ਚੋਰੀਆਂ ਹੋਈਆਂ, ਉਹਦਾ ਕੋਈ ਵੇਰਵਾ ਨਹੀਂ। ਇੱਕ ਸਾਡੇ ਗੁਰੂ ਸਾਹਿਬ ਦੇ ਸਰੂਪ ਬਰਗਾੜੀ ਵਿਖੇ ਤੁਸੀਂ ਜਾਣਦੇ ਹੋ, ਜਦ ਚੱਕ ਕੇ ਪਾੜ ਕੇ ਗੰਦੀਆਂ ਨਾਲੀਆਂ 'ਚ ਸੁੱਟ ਕੇ ਅੰਗ ਪਾੜ ਕੇ ਉਹਨਾਂ ਨੇ ਸਾੜੇ ਸੀਗੇ, ਤਾਂ ਪੰਜਾਬ ਦੇ ਵਿੱਚ ਐਡਾ ਵੱਡਾ ਲਾਅ ਐਂਡ ਆਰਡਰ ਪ੍ਰੋਬਲਮ ਹੋਇਆ ਸੀਗਾ। ਉਹਦੇ ਵਿੱਚ ਸੁਖਬੀਰ ਬਾਦਲ ਦੀ ਸਰਕਾਰ ਨੇ ਸੁਮੇਧ ਸੈਣੀ ਵਰਗੇ ਬੁੱਚੜਾਂ ਨੂੰ ਸਾਡੇ ਫਾਇਰਿੰਗ ਕਰਾ ਕੇ ਸੰਗਤਾਂ ਦੇ ਉੱਤੇ ਅੱਜ ਵੀ ਉਹਦਾ ਕੋਈ ਇਨਸਾਫ ਨਹੀਂ ਮਿਲਿਆ ਹੈਗਾ। ਔਰ ਸਾਡੇ ਗੁਰੂ ਘਰ ਦੇ ਵਿੱਚ ਜਿਹੜਾ ਰਾਮ ਰਹੀਮ ਜਿਹੜਾ ਬਲਾਤਕਾਰੀ ਖੂਨੀ ਬਾਬਾ ਹੈਗਾ, ਉਹਦੇ ਪੱਖ 'ਚ ਉਹਨੂੰ ਮਾਫੀ ਦੇਣ 'ਚ 95 ਲੱਖ ਰੁਪਈਆ ਪੋਸਟਰਾਂ ਤੇ ਇਸ਼ਤਿਹਾਰਾਂ ਤੇ ਵਰਤਿਆ ਗਿਆ। ਜਿਹੜਾ ਸਤਿੰਦਰਪਾਲ ਕੋਹਲੀ ਸੁਖਬੀਰ ਬਾਦਲ ਦਾ ਨਿੱਜੀ ਸੀ ਹੈ, ਉਹਨੂੰ 10 ਕਰੋੜ ਰੁਪਏ ਦਿੱਤੇ ਗਏ ਹੈ ਆਡੀਟਰ ਦੇ ਬਤੌਰ, ਜਦ ਕਿ ਉਹਦੇ ਹੇਠ ਹੀ 328 ਸਰੂਪ ਗਏ ਹੈ। ਔਰ ਉਸਨੇ ਲਿਖਤ ਰੂਪ 'ਚ ਬਿਆਨ ਕੀਤਾ ਹੈ ਕਿ ਮੈਂ ਕੋਈ ਦੇਖ ਰਹੀ ਨਹੀਂ ਕੀਤੀ ਅਕਾਊਂਟਸ ਦੀ। ਸੋ ਸਾਡੇ ਗੁਰੂ ਘਰ ਦੇ ਵਿੱਚ ਮਸੰਦ ਵੜੇ ਹੋਏ ਹੈ, ਜਿਨ੍ਹਾਂ ਨੇ ਕਬਜ਼ੇ ਕੀਤੇ ਹੋਏ ਹੈ, ਜਿਹੜੀਆਂ ਜਾਇਦਾਦਾਂ ਬਣਾ ਰਹੇ ਹੈਗੇ ਹੈ। ਸਾਡੇ ਗੁਰਸਿੱਖੀ ਦਾ ਕੋਈ ਪ੍ਰਚਾਰ ਨਹੀਂ ਹੋ ਰਿਹਾ, PTC ਚੈਨਲ ਕਾਬਜ ਹੈਗਾ। ਔਰ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਤਬਦੀਲ ਕਰਨ ਵਾਸਤੇ ਅੱਜ ਗਿਆਨੀ ਦਿੱਤ ਸਿੰਘ ਦੇ ਯਾਦ ਦੇ ਵਿੱਚ, ਜਿਨ੍ਹਾਂ ਨੇ ਸਿੰਘ ਸਭਾ ਲਹਿਰ ਤੋਰੀ ਸੀ, ਜਿਨ੍ਹਾਂ ਸਾਨੂੰ ਇਹ ਜਮਹੂਰੀਅਤ ਪਸੰਦ ਸੰਸਥਾ ਦਿੱਤੀ ਸੀ, ਉਹਨਾਂ ਦੀ ਯਾਦ 'ਚ ਅਸੀਂ ਉਰੇ ਮੈਮੋਰੀਅਲ ਲੈਕਚਰ ਰੱਖਿਆ। ਤੇ ਕਿੰਨੇ ਕੁ ਲੋਕਾਂ ਦਾ ਇਕੱਠ ਹੋ ਸਕਦਾ ਹਰਿਮੰਦਰ ਸਾਹਿਬ ਦੇ ਵਿੱਚ, ਕਿੰਨੇ ਲੋਕੀ ਆਣਗੇ? ਇਹ ਤਾਂ ਹੁਣ ਸੰਗਤ ਦੇ
ਨਿਰਭਰ ਹੈ। ਜੇ ਉਹ ਸਮਝਦੇ ਹੈ ਕਿ ਸਾਡੇ ਗੁਰੂ ਘਰ ਦੀ ਸੰਭਾਲ ਗਲਤ ਹੋ ਰਹੀ ਹੈ, ਉਹ ਅੰਤਰਰਾਸ਼ਟਰੀ ਜਮਹੂਰੀਅਤ ਦਿਹਾੜੇ ਦੇ ਉੱਤੇ ਉੱਥੇ ਇਕੱਠੇ ਹੋਣਗੇ, ਉੱਥੇ ਇਕੱਠ ਨਾਲ ਸਾਰੇ ਵਿਸ਼ਵ ਨੂੰ ਦਿਖਾਉਣਗੇ ਕਿ ਭਾਈ ਭਾਰਤ ਸਰਕਾਰ ਸਾਡੇ ਨਾਲ ਜ਼ਬਰ ਤੇ ਜ਼ੁਲਮ ਕਰ ਰਹੀ ਹੈ ਔਰ ਇਸ ਦੀ ਤਬਦੀਲੀ ਹੋਣੀ ਚਾਹੀਦੀ ਹੈ। ਸੋ ਇਹ ਸੰਗਤ ਦੇ ਉੱਤੇ ਹੈ, ਜਿੰਨੀ ਸੁਣੂਗੀ ਸਮਝੂਗੀ ਜਿਹੜੀ ਆਊਗੀ। ਅਸੀਂ ਆਪਣੇ ਵੱਲੋਂ ਹਰੇਕ ਤਰ੍ਹਾਂ ਦਾ ਯਤਨ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਜਦੋਂ ਬੇਅਦਬੀ ਹੁੰਦੀ ਹੈ, ਉਸ ਤੋਂ ਬਾਅਦ ਕਾਂਗਰਸ ਸਰਕਾਰ ਕਹਿੰਦੀ ਹੈ ਕਿ ਅਸੀਂ ਇਨਸਾਫ ਦਿਵਾਵਾਂਗੇ। ਹਾਲਾਂਕਿ 5 ਸਾਲ ਕਾਂਗਰਸ ਸਰਕਾਰ ਦੇ ਵੀ ਲੰਘ ਜਾਂਦੇ ਆ, ਸ਼੍ਰੋਮਣੀ ਅਕਾਲੀ ਦਲ ਦੇ ਵੀ ਕਈ ਸਾਲ ਪਏ ਹੁੰਦੇ ਆ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਈ ਹੈ, ਸਭ ਤੋਂ ਉੱਤੇ ਕਹਿ ਰਹੀ ਸੀ ਕਿ ਅਸੀਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ 24 ਘੰਟੇ ਦੇ ਵਿੱਚ ਬੇਅਦਬੀ ਦੇ ਦੋਸ਼ੀਆਂ ਨੂੰ ਫੜਾਂਗੇ। 24 ਘੰਟੇ ਤਾਂ ਕਿੰਨੀ ਵਾਰੀ ਲੰਘ ਗਏ ਔਰ ਸਾਨੂੰ ਕੋਈ ਵੀ ਦੋਸ਼ੀ ਫੜ ਕੇ ਨਹੀਂ ਦਿੱਤਾ ਹੈਗਾ। ਇਹ ਬੜੇ ਅਫਸੋਸ ਦੀ ਗੱਲ ਹੈ ਕਿ ਵਾਅਦੇ ਹਰੇਕ ਕਰੀ ਜਾ ਰਿਹਾ ਪਰ ਇਹਦੇ ਉੱਤੇ ਅਮਲ ਕੋਈ ਨਹੀਂ ਕਰ ਰਿਹਾ। ਤੇ ਮੈਂ ਭਗਵੰਤ ਮਾਨ ਨੂੰ 2 ਬੇਨਤੀਆਂ ਕਰਨਾ ਚਾਹੁੰਦਾ। ਪਹਿਲੀ ਤਾਂ ਪੰਜਾਬ ਸਰਕਾਰ SGPC ਦੀ ਚੋਣਾਂ ਦੇ ਵਿੱਚ ਕਿਉਂ ਨਹੀਂ ਜ਼ੋਰ ਲਾ ਰਹੀ, ਕਿਉਂ ਨਹੀਂ ਸਰਕਾਰ ਸੈਂਟਰ ਦੀ ਨੂੰ ਚਿੱਠੀਆਂ ਭੇਜ ਰਹੀ ਕਿ ਟਾਈਮ ਸਿਰੇ ਹੋਣੀ ਚਾਹੀਦੀ ਹੈ। ਦੂਜੀ ਬੇਨਤੀ ਹੈ ਕਿ 1984 'ਚ ਜਿਹੜਾ ਕਤਲੇਆਮ ਹੋਇਆ ਸੀਗਾ ਉਹਦੇ ਵਿੱਚ ਕੇਜਰੀਵਾਲ ਕਹਿੰਦਾ ਦਿੱਲੀ ਸਰਕਾਰ ਦੇ ਹੱਥ ਬੰਨੇ ਹੋਏ ਹੈ, ਕਿਉਂਕਿ ਪੁਲਿਸ ਮਹਿਕਮਾ ਇਹਦੇ ਉੱਤੇ ਜਿਹੜਾ ਹੈਗਾ ਉਹ ਲੈਫਟੀਨੈਂਟ ਗਵਰਨਰ ਦੇ ਹੱਥ 'ਚ ਹੈ, ਸੈਂਟਰ ਦੀ ਸਰਕਾਰ ਤੇ ਹੈਗਾ ਤੇ ਮੈਂ ਕੋਈ ਪੜਤਾਲ ਨਹੀਂ ਕਰ ਸਕਦਾ। ਪਰ ਜਿਹੜਾ ਚੀਫ ਮਿਨਿਸਟਰ ਹੈ ਉਹਦੇ ਕੋਲੇ ਰੈਵਨਿਊ ਮਹਿਕਮਾ ਵੀ ਹੁੰਦਾ, ਉਹਦੇ ਕੋਲੇ ਆਪਣੇ ਤਹਿਸੀਲਦਾਰ SDM ਕਾਨੂੰਗੋ ਪਟਵਾਰੀ ਉਹਦੇ ਕੰਟਰੋਲ ਦੇ ਵਿੱਚ ਹੈ। ਤੇ ਜਿਹੜੇ ਨੁਕਸਾਨ ਹੋਏ ਹੈ ਜਿਹੜੀ ਉਹ ਪਟਵਾਰੀ ਉਹਦਾ ਮੁਆਇਨਾ ਕਰ ਸਕਦੇ ਆ, ਉਹਦੀ ਪੜਤਾਲ ਕਰ ਸਕਦੇ ਆ। ਉਹ ਰੈਵਨਿਊ ਡਿਪਾਰਟਮੈਂਟ ਕਿਉਂ ਨਹੀਂ ਇਹਦਾ ਕੁਝ ਕਰ ਰਿਹਾ ਹੈਗਾ? ਉਹ ਅਵੇਸਲੇ ਬੈਠੇ ਆ, ਉਰੇ ਆ ਕੇ ਸਾਡੀਆਂ ਭਾਵਨਾਵਾਂ ਨਾਲ ਖੇਡ ਕੇ ਬਹਾਨੇ ਲਾ ਦਿੰਦੇ ਕਿ ਅਸੀਂ ਕੁਝ ਕਰ ਨਹੀਂ ਸਕਦੇ, ਸਾਡੇ ਹੱਥ ਬੰਨੇ ਆ। ਪਰ ਰੈਵਨਿਊ ਡਿਪਾਰਟਮੈਂਟ ਰਾਹੀਂ ਕਿਉਂ ਨਹੀਂ ਇਨਕੁਆਇਰੀ ਹੋ ਸਕਦੀ? ਸ਼੍ਰੋਮਣੀ ਅਕਾਲੀ ਦਲ ਸੰਗਰੂਰ ਜਿਮਨੀ ਚੋਣਾਂ ਦੇ ਵਿੱਚ ਸਾਫ਼ ਤੌਰ ਤੇ ਕਹਿੰਦਾ ਹੈ ਕਿ ਅਗਰ ਸਾਡਾ MP ਬਣਦਾ ਤਾਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਰਾਵਾਂਗੇ। ਲੱਗਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉਸ ਟਾਈਮ ਚੱਕਿਆ ਸੀਗਾ, ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਸੀਰੀਅਸ ਹੈਗੀ ਹੈ ਜਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਸਕਦੀ ਹੈ? ਲੱਗਦਾ ਸੀਗਾ ਕਿ ਇੱਕ MP ਬਣਨ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਹੋ ਸਕਦੀ ਹੈ? ਮੇਰਾ ਖਿਆਲ ਹਰੇਕ ਦਾ ਯਤਨ ਹੋਣਾ ਚਾਹੀਦਾ ਹੈ। ਇਹ ਕੰਮ ਸਾਂਝਾ ਹੈ। ਇਹਦੇ ਵਿੱਚ ਮੈਂ ਇਹੀ ਕਹੂੰਗਾ ਕਿ ਜੇ ਤੁਸੀਂ ਇਸ ਦਿਸ਼ਾ 'ਤੇ ਤੁਰੇ ਹੋ, ਲੇਟ ਆਏ ਹੋ, ਦਰੁਸਤ ਆਏ ਹੋ, ਤੁਸੀਂ ਇਹਦੇ ਉੱਤੇ ਹੋਰ ਜ਼ੋਰ ਲਾਓ, ਕਿਉਂਕਿ ਇਹ ਸਿੰਘ 32 ਸਾਲ ਤੋਂ ਅੰਦਰ ਬੈਠੇ ਹੈ। ਕੋਈ ਵੀ ਕਾਨੂੰਨ ਇੰਨੀ ਲੰਬੀ ਸਜ਼ਾ ਨਹੀਂ ਦਿੰਦਾ ਹੈਗਾ। ਹੋਰ ਕੌਮਾਂ ਨੂੰ ਮਾਫੀ ਦਿੱਤੇ ਜਾਂਦੇ ਆ ਪਰ ਇਹ ਸਿੰਘਾਂ ਨੇ ਉਸ ਸਮੇਂ ਸਾਡੇ ਜ਼ਬਰ ਹੁੰਦੇ ਹੋਏ ਆਪਣੇ ਹੱਥ ਚੱਕੇ ਸੀ, ਹਥਿਆਰ ਚੱਕੇ ਸੀਗੇ। ਇਹਨਾਂ ਨੇ ਜੋ ਕੁਝ ਕੀਤਾ, ਜਦ ਬਿਆੰਤੀ ਸਰਕਾਰ ਬੁੱਚੜਬਾਜੀ ਕਰ ਰਹੀ ਸੀ, ਸਿੱਖਾਂ ਨੂੰ ਸ਼ਰੇਆਮ ਮਾਰ ਰਹੀ ਸੀ, ਜਦ ਸਾਡੇ ਉੱਤੇ 1984 'ਚ ਸਟੇਟ ਨੇ ਜੈਨੋਸਾਈਡ ਕਮਿਟ ਕੀਤੀ ਹੈ, ਜਿਹੜਾ ਰਾਜਨਾਥ ਸਿੰਘ ਖੁਦ ਮੰਨਦਾ ਹੈਗਾ ਹੋਮ ਮਿਨਿਸਟਰ 2014 ਦੇ ਵਿੱਚ ਬਤੌਰ। ਇਹ ਸਾਰੇ ਉਸ ਸਮੇਂ ਦੇ ਕੇਸ ਹੈਗੇ ਆ ਤੇ ਇਹਨਾਂ ਵਿੱਚ ਸਾਡੇ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ। ਤੇ 15 ਤਰੀਕ ਨੂੰ ਇਕੱਠ ਵੀ ਕਰ ਰਹੇ ਹੋ, ਪਰ ਇੱਕ ਹੋਰ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਹਾਲਾਂਕਿ ਅਰਸ਼ਪ੍ਰੀਤ ਨੂੰ ਲੈ ਕੇ, ਅਰਸ਼ਦੀਪ ਨੂੰ ਲੈ ਕੇ ਕ੍ਰਿਕਟਰ ਨੇ, ਉਹਨਾਂ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ। ਖਾਲਿਸਤਾਨੀ ਕਈ ਚੀਜ਼ਾਂ, ਕਈ ਪੋਸਟਾਂ ਪਾਈਆਂ ਜਾ ਰਹੀਆਂ ਖਾਲਿਸਤਾਨ ਦੇ ਨਾਲ ਜੋੜ ਕੇ, ਉਹਨਾਂ ਦੇ ਨਾਂ ਦੇ ਨਾਲ ਖਾਲਿਸਤਾਨੀ ਲਿਖਿਆ ਜਾ ਰਿਹਾ। ਉਹਨੂੰ ਕਿਸ ਤਰ੍ਹਾਂ ਦੇਖਦੇ? ਖਾਲਿਸਤਾਨੀ ਕਹਿਣਾ ਤਾਂ ਬੜੇ ਮਾਣ ਦੀ ਗੱਲ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਸਥਾਪਿਤ ਕੀਤਾ, ਜਿਸ ਨੇ ਅਨਿਆਏ ਦੇ ਬਰਖਲਾਫ ਲੜਿਆ, ਜਿਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਜ਼ਿਮੀਂਦਾਰਾਂ ਨੂੰ ਹੱਕ ਦਿੱਤੇ ਆਪਣੇ ਖੇਤ ਵਾਹੁਣ ਦੇ। ਔਰ ਖਾਲਸਾ ਪੰਥ ਨੇ ਲਗਾਤਾਰ ਲੜਾਈਆਂ ਲੜਦੇ, ਖਾਲਸਾ ਫੌਜ ਨੇ ਜਾ ਕੇ ਚੀਨ ਤੱਕ ਜ਼ਮੀਨਾਂ ਆਜ਼ਾਦ ਕੀਤੀਆਂ, ਅਫਗਾਨਿਸਤਾਨ ਤੱਕ ਚਲੇ ਗਏ। ਅੱਜ ਵੀ ਜਿਹੜਾ ਭਾਰਤ ਦੀ ਫੌਜ ਦਾ ਮੁੱਖ ਹਿੱਸਾ ਹੈ ਉਹ ਖਾਲਸਾ ਆਰਮੀ ਹੈਗੀ ਹੈ। ਸੋ ਮੈਂ ਸਮਝਦਾ ਕਿਸੇ ਨੂੰ ਖਾਲਸਾ ਜਾਂ ਖਾਲਿਸਤਾਨੀ ਕਹਿਣਾ ਇੱਕ ਮਾਣ ਤੇ ਫਖਰ ਦਾ ਗੱਲ ਹੈ। ਗੁਰੂ ਗੋਬਿੰਦ ਸਿੰਘ ਦੀ ਫਲਸਫਾ ਤੇ ਸੋਚ ਤੇ ਤੁਰਨਾ ਇੱਕ ਬਹੁਤ ਅੱਛੀ ਗੱਲ ਹੈਗੀ ਹੈ। ਸਗੋਂ ਮੈਨੂੰ ਤਾਂ ਸ਼ਰਮ ਆਏ ਜੇ ਮੈਨੂੰ ਕੋਈ ਉਹ ਮਨੂਵਾਦੀ ਸੋਚ ਜਿਹੜੀ ਜਾਤ ਪਾਤ 'ਚ ਵੰਡ ਪਾਉਂਦੀ ਹੈ, ਜਿਹੜਾ ਬੰਦੇ ਨੂੰ ਗਿਰਾ ਕੇ ਦਿਖਾਉਂਦੀ ਹੈਗੀ ਹੈ, ਸ਼ੂਦਰ ਕਹਿੰਦੀ ਹੈ, ਨੀਚ ਕਰਦੀ ਹੈਗੀ ਹੈ, ਇਹੋ ਜਿਹੀ ਸੋਚ ਤਾਂ ਮੈਨੂੰ ਜੇ ਕੋਈ ਅੱਜ ਕਹਿ ਦੇ ਕਿ ਤੂੰ ਹਿੰਦੁਸਤਾਨੀ ਮਨੂਵਾਦੀ ਸੋਚਦਾ ਹੈ, ਮੈਨੂੰ ਉਸ 'ਤੇ ਸ਼ਰਮ ਆਊਗੀ। ਬੇਅਦਬੀ ਮਸਲੇ ਨੂੰ ਲੈ ਕੇ ਕਦੋਂ ਤੱਕ ਲੱਗਦਾ ਕਿ ਇਨਸਾਫ ਮਿਲ ਸਕਦਾ? ਲੱਗਦਾ ਕਿ ਆਮ ਆਦਮੀ ਪਾਰਟੀ ਇਨਸਾਫ ਦਿਵਾ ਸਕਦੀ? ਮੈਂ ਚੜ੍ਹਦੀ ਕਲਾ ਵਾਲਾ ਬੰਦਾ ਹਾਂ ਜੀ, ਅਸੀਂ ਇਨਸਾਫ ਲੈ ਕੇ ਰਹਿਣਾ। ਕੌਣ ਦਊਗਾ, ਕਿੱਥੇ ਹੋਊਗਾ, ਅਸੀਂ ਲੱਗੇ ਰਹਿਣਾ। ਬਹੁਤ ਬਹੁਤ ਧੰਨਵਾਦ। ਤੇ ਇਮਾਨ ਸਿੰਘ ਮਾਨ ਸਾਡੇ ਨਾਲ ਸੀਗੇ, MP ਸਿਮਰਨਜੀਤ ਸਿੰਘ ਮਾਨ ਦੇ ਮੁੰਡੇ ਨੇ। ਤੇ ਸਾਫ਼ ਤੌਰ ਤੇ ਅੱਜ ਇਕੱਠ ਚੰਡੀਗੜ੍ਹ ਦੇ ਵਿੱਚ ਕੀਤਾ ਗਿਆ ਤੇ ਸਾਫ਼ ਤੌਰ ਤੇ
ਐਲਾਨ ਕਰਤਾ ਕਿ 15 ਤਰੀਕ ਨੂੰ ਹਰਮੰਦਰ ਸਾਹਿਬ ਦੇ ਵਿੱਚ ਇਕੱਠ ਕੀਤਾ ਜਾਵੇਗਾ ਐਸਜੀਪੀਸੀ ਚੋਣਾਂ ਨੂੰ ਲੈ ਕੇ ਤੇ ਹੋਰ ਵੀ ਮੁੱਦਿਆਂ ਤੇ ਲੈ ਕੇ ਗੱਲਬਾਤ ਕੀਤੀ ਹੈ ਤੇ तमाम ਮੁੱਦਿਆਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਜਰਨਲਿਸਟ ਨਿਤਿਨ ਦੇ ਨਾਲ ਸਕਰੋਲ ਪੰਜਾਬ ਟੀਵੀ ਚੰਡੀਗੜ੍ਹ। ਓਕੇ।